एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद सच नानक होसी भी सच एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद जप आद सच जुगाद सच है भी सच नानक होसी भी सच वाहेगुरु 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 जी का खालसा वाहेगुरु। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਹੁਣ ਸਾਡਾ ਥੋੜਾ ਜਿਹਾ ਟੌਪਿਕ ਰਹਿ ਗਿਆ ਬਸ ਲਾਸਟ। ਆਪਾਂ ਅੱਧਕ ਕਰ ਲਿਆ ਸੀ ਨਾ। ਕਿਸੇ ਨੂੰ ਕੋਈ ਡਾਊਟ ਹੈ? ਹਾਂਜੀ, ਜਿਹੜੇ ਅੰਕਲ ਨਹੀਂ ਪਾਏ ਨਾ ਉਹ ਮੈਂ ਦੱਸਦੀ ਹਾਂ। ਅੰਕਲ ਤੁਸੀਂ ਰਿਪੀਟ ਕਰੋਗੇ ਜਿਹੜੇ ਵਰਡਸ ਬੋਲਿਆ ਤੁਸੀਂ, ਕੰਨ ਅਤੇ ਹੋਰ ਜਿਹੜੇ ਵੀ ਸੀਗੇ ਫੋਟੋ 'ਚ? ਹੈਗਾ ਜੀ ਕੰਮ। ਹਾਂਜੀ, ਦੇਖੋ ਕ ਮ ਕਮ। ਅਗਰ ਆਪਾਂ ਲਿਖ ਰਹੇ ਹਾਂ ਕਮ, ਠੀਕ ਹੈ, ਉੱਤੇ ਆਪਾਂ ਪਾ ਦਿੰਦੇ ਹਾਂ ਟਿੱਪੀ ਕੰਮ। ਇਹ ਬਣ ਗਿਆ ਕੰਮ। ਇਹਦੇ 'ਚ ਸਾਨੂੰ ਕੰਨੇ ਦੀ ਵੀ ਆਵਾਜ਼ ਨਹੀਂ ਆ ਰਹੀ, ਇਹਦੇ 'ਚ ਸਾਨੂੰ ਅੱਧਕ ਦੀ ਵੀ ਪਤਾ ਨਹੀਂ ਲੱਗ ਰਿਹਾ। ਅੱਧਕ ਸਿਰਫ ਉੱਥੇ ਪਾਉਂਦੇ ਹਾਂ ਜਿੱਥੇ ਸਾਨੂੰ ਲੱਗਦਾ ਹੈ ਕਿ ਹਾਂਜੀ ਡਬਲ ਵਰਡਸ ਹੈ। ਜਿੱਦਾਂ ਹਿੰਦੀ 'ਚ ਆਪਾਂ ਕੰਮ ਨੂੰ ਕਿਵੇਂ ਲਿਖਾਂਗੇ? ਕ ਅੱਧਾ ਮ ਕਮ। ਹਾਂਜੀ ਅੰਕਲ, ਤੁਹਾਡਾ ਇਹਦੇ 'ਚ ਕੀ ਡਾਊਟ ਸੀ? ਇਹ ਬੁੱਕ ਵਿੱਚ ਲਿਖਿਆ ਕਿ ਕੁਝ ਅਪਵਾਦ ਨੇ। ਕੰਮ, ਕੰਨ, ਮਨ, ਨਿੰਮ, ਖਿੰਨ, ਗੁੰਨਾ। ਇਹਦੇ ਚ ਅੱਧਕ ਆਏਗਾ, ਟਿੱਪੀ ਆਏਗੀ। ਹਾਂਜੀ, ਇਹਦੇ 'ਚ ਅੱਧਕ ਨਹੀਂ ਪਏਗਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਨਾ, ਟਿੱਪੀ ਜਿਹੜੀ ਆਏਗੀ ਉਹ ਮੁਕਤਾ ਦੇ ਨਾਲ ਆਏਗੀ। ਹੁਣ ਕੱਕਾ ਮੁਕਤਾ ਹੈ, ਇਹਦੇ ਨਾਲ ਕੋਈ ਸਿਹਾਰੀ ਬਿਹਾਰੀ ਕੁਛ ਵੀ ਨਹੀਂ ਹੈ, ਤਾਂ ਇਹਦੇ ਉੱਤੇ ਟਿੱਪੀ ਹੀ ਆਏਗੀ। ਜਿਸ ਤਰ੍ਹਾਂ ਨਿੰਮ, ਖਿੰਨ, ਗੁੰਨਾ, ਇਹਦੇ ਚ ਸਿਹਾਰੀ ਵੀ ਹੈ ਔਰ ਔਂਕੜ ਵੀ ਹੈ। ਨਹੀਂ ਲੇਕਿਨ ਇਹਦੇ ਅੰਦਰ ਤੁਹਾਨੂੰ ਮੈਂ ਦੱਸਦੀ ਹਾਂ ਨਾ, ਤੁਸੀਂ ਵਰਡਸ ਬੋਲੋ। ਪਹਿਲਾਂ ਮੈਂ ਸਾਰੇ ਵਰਡਸ ਲਿਖ ਕੇ ਦਿਖਾਉਂਦੀ ਹਾਂ ਤੁਹਾਨੂੰ। ਪਹਿਲਾਂ ਸੀ ਕੰਮ, ਫਿਰ ਹੈ ਨਿੰਮ, ਅੱਗੇ ਖਿੰਨ। ਹਾਂਜੀ, ਕਿਹੜਾ ਵਰਡ? ਗੁੰਨਾ। ਹਾਂਜੀ, ਗੱਗੇ ਨੂੰ ਔਂਕੜ। ਹਾਂਜੀ, ਔਰ ਨੰਨੇ ਨੂੰ ਆਟਾ ਗੁੰਨਾ। ਜਿਹੜਾ ਆਟਾ ਗੁੰਨਾ ਉਹ ਲਾਇਆ, ਆਟਾ ਗੁੰਨਾ। ਅੱਛਾ ਜੀ, ਐਵੇਂ ਲਿਖਿਆ ਹੋਇਆ ਬੁੱਕ 'ਚ? ਹਾਂਜੀ ਹਾਂਜੀ। ਅੱਛਾ ਜੀ, ਹੋਰ ਕਿਹੜੇ ਵਰਡਸ ਹੈ?
ਹਾਂਜੀ ਦੇਖੋ ਹੁਣ ਜਿਵੇਂ ਇਹ ਵਰਡਸ ਹੈ ਨਾ, ਆਪਾਂ ਸਭ ਤੋਂ ਪਹਿਲੇ ਕੰਮ ਦੇ ਵਿੱਚ ਕੀ ਦੇਖ ਰਹੇ ਹਾਂ, ਕੱਕਾ ਮੰਮਾ। ਅਗਰ ਆਪਾਂ ਲਿਖਦੇ ਹਾਂ ਕੱਕਾ ਮੰਮਾ, ਇਹ ਹੋ ਜਾਂਦਾ ਕੰਮ। ਅਗਰ ਆਪਾਂ ਟਿੱਪੀ ਲਗਾ ਰਹੇ ਹਾਂ, ਠੀਕ ਹੈ, ਕੰਮ। ਹੁਣ ਟਿੱਪੀ ਕਿਹਦੇ ਨਾਲ ਆਏਗੀ? ਟਿੱਪੀ ਦੇ ਰੂਲਸ ਤੁਹਾਨੂੰ ਲਿਖਵਾਏ ਸੀ ਕਿ ਅਗਰ ਮੁਕਤਾ ਹੋਵੇ ਜਾਂ ਫਿਰ ਮੁਕਤਾ। ਹੁਣ ਕੰਮ ਦੇ ਵਿੱਚ ਇੱਥੇ ਮੁਕਤਾ ਹੈ, ਇਹਦੇ 'ਚ ਮੁਕਤਾ ਹੈ, ਮਤਲਬ ਕੋਈ ਵੀ ਆਸ-ਪਾਸ ਸਿਹਾਰੀ ਬਿਹਾਰੀ ਕੁਛ ਵੀ ਨਹੀਂ ਲੱਗਿਆ ਹੋਇਆ, ਇਹ ਮੁਕਤਾ ਹੈ। ਮੁਕਤੇ ਨਾਲ ਵੀ ਟਿੱਪੀ ਆਏਗੀ। ਉਸ ਤੋਂ ਬਾਅਦ ਇਹ ਹੈ ਸਿਹਾਰੀ। ਅਗਰ ਸਿਹਾਰੀ ਹੋਵੇ, ਲਾਈਕ ਆਹ ਹੁਣ ਸਿਹਾਰੀ ਹੈ ਸਾਡੇ ਕੋਲ, ਇਹ ਵਾਲੀ ਨਿੰਮ ਦੇ ਵਿੱਚ ਨਾ ਸਾਡੇ ਕੋਲ ਸਿਹਾਰੀ ਲੱਗੀ ਹੋਈ ਹੈ, ਇਸ ਕਰਕੇ ਇੱਥੇ ਵੀ ਟਿੱਪੀ ਆਏਗੀ। ਠੀਕ ਹੈ ਜੀ। ਨੈਕਸਟ ਖਿੰਨ ਹੈ, ਇੱਥੇ ਵੀ ਸਿਹਾਰੀ ਲੱਗੀ ਹੋਈ ਹੈ ਤੁਹਾਡੇ ਕੋਲ, ਇੱਥੇ ਵੀ ਟਿੱਪੀ ਆਏਗੀ। ਹੁਣ ਦੇਖੋ ਗੁੰਨਾ ਹੈ, ਇਹਦੇ 'ਚ ਵੀ ਟਿੱਪੀ ਆਏਗੀ ਕਿਉਂਕਿ ਔਂਕੜ ਦੇ ਨਾਲ ਵੀ ਆਪਾਂ ਲਗਾਉਂਦੇ ਹਾਂ, ਮਤਲਬ ਅਗਰ ਔਂਕੜ ਲੱਗੀ ਹੋਵੇ ਤਾਂ ਟਿੱਪੀ ਆ ਸਕਦੀ ਹੈ। ਅਸੀਂ ਜੋ ਨਿੰਮ ਖਿੰਨ ਗੁੰਨਾ ਹੈ ਹਿੰਦੀ ਵਿੱਚ ਲਿਖੀਏ ਤੇ ਨਿੰਮ ਵਿੱਚ ਅੱਧਾ ਮਾਂ ਫਿਰ ਪੂਰਾ ਮਾਂ ਆਏਗਾ। ਹਾਂਜੀ। ਖਿੰਨ ਵਿੱਚ ਵੀ ਅੱਧਾ ਨਾਂ ਤੇ ਪੂਰਾ ਨਾਂ। ਲੇਕਿਨ ਨਾ ਇਹ ਵਾਲੇ ਵਰਡਸ ਤੇ ਜਿਹੜੇ ਵਰਡਸ ਆਪਾਂ ਕੱਲ੍ਹ ਕੀਤੇ ਨਾ, ਇਹਨਾਂ 'ਚ ਥੋੜ੍ਹਾ ਫਰਕ ਹੈ। ਜਿਵੇਂ ਮੈਂ ਹੁਣ ਬੋਲਾਂ ਕੱਚਾ, ਕੱਚਾ ਦੇ ਉੱਪਰ ਮੈਂ ਟਿੱਪੀ ਨਹੀਂ ਲਗਾ ਸਕਦੀ। ਕੱਚਾ ਉਹਦੇ 'ਚ ਟਿੱਪੀ ਨਹੀਂ ਆਏਗੀ, ਉਹਦੇ 'ਚ ਅੱਧਕ ਆਏਗਾ। ਬਾਕੀ ਥੋੜ੍ਹੀ ਪ੍ਰੋਨਾਊਂਸੀਏਸ਼ਨ 'ਤੇ ਵੀ ਹੈ। ਕੁਐਸਚਨ ਇਹ ਵੀ ਹੋ ਸਕਦਾ ਤੁਹਾਡਾ ਕਿ ਹਾਂ ਜਿਵੇਂ ਹੁਣ ਵਰਡ ਹੈ ਕੱਚਾ, ਮੈਂ ਤੁਹਾਨੂੰ ਦੱਸਦੀ ਹਾਂ ਕੁਝ ਵਰਡਸ ਹੁੰਦੇ ਆ ਜਿਹਦੇ 'ਚ ਥੋੜ੍ਹਾ ਆਪਣਾ ਲੌਜਿਕ ਵੀ ਲਗਾਉਣਾ ਪੈਂਦਾ। ਹੁਣ ਜਿਵੇਂ ਵਰਡ ਹੈ ਨਾ ਇਹ ਕੱਚਾ, ਅਗਰ ਮੈਂ ਦੇਖਿਆ ਜਾਵੇ ਮੈਂ ਇੱਥੇ ਟਿੱਪੀ ਵੀ ਪਾ ਦਾਂਗੀ, ਹੈ ਨਾ, ਅਤੇ ਬਣ ਜਾਏਗਾ ਕੰਚਾ। ਕਿਉਂਕਿ ਟਿੱਪੀ ਉੱਥੇ ਆਉਂਦੀ ਹੈ ਜਿੱਥੇ ਆਵਾਜ਼ ਆ ਰਹੀ ਹੋਵੇ, ਜਿੱਥੇ ਇਹ ਵੀ ਤੁਸੀਂ ਨੋਟ ਕਰਨਾ, ਆਵਾਜ਼ ਦੀ ਵੀ ਗੱਲ ਹੈ। ਟਿੱਪੀ ਉੱਥੇ ਆਉਂਦੀ ਹੈ ਜਿੱਥੇ ਥੋੜ੍ਹੀ ਆਵਾਜ਼ ਵੀ ਆਉਂਦੀ ਹੋਵੇ, ਜਿਵੇਂ ਅੰਬ, ਐੜਾ ਬੱਬਾ ਅੱਬ ਹੈ, ਐੜਾ ਬੱਬਾ, ਇਹ ਬਣ ਗਿਆ ਅੱਬ। ਪਰ ਮੈਂ ਉੱਥੇ ਟਿੱਪੀ ਲਗਾ ਦਾਂਗੀ ਤਾਂ ਬਣ ਜਾਏਗਾ ਅੰਬ। ਅੰਬ, ਅੰਬ ਮਤਲਬ ਅੰਨ ਦੀ ਆਵਾਜ਼ ਆ ਰਹੀ ਹੈ, ਅੰਬ, ਅੰਬ ਮਤਲਬ ਵਿੱਚ ਆਵਾਜ਼ ਆ ਰਹੀ ਹੈ ਨਾ, ਜਿਹੜੀ ਐੜੇ ਬੱਬੇ ਦੇ ਵਿੱਚ ਜਿੰਨੀ ਕੁ ਆਵਾਜ਼ ਆ ਰਹੀ ਹੈ ਨਾ, ਉਹ ਆਵਾਜ਼ ਟਿੱਪੀ ਦੀ ਹੈ। ਠੀਕ ਹੈ ਜੀ। ਅਤੇ ਜਿਹੜਾ ਅੱਧਕ ਹੈ, ਅੱਧਕ ਦੀ ਕੋਈ ਇੰਨੀ ਆਵਾਜ਼ ਨਹੀਂ ਆਉਂਦੀ, ਲੇਕਿਨ ਅੱਧਕ ਦੀ ਜਿਹੜੀ ਆਵਾਜ਼ ਹੈ ਨਾ, ਅੱਧਕ ਜਿਹੜਾ ਹੈ ਉਹ ਅਗਲੇ ਵਾਲੇ ਵਰਡ ਦੇ ਉੱਪਰ ਬਹੁਤ ਪ੍ਰਭਾਵ ਪਾ ਰਿਹਾ। ਮੈਂ ਲਾਈਕ ਦੱਸਦੀ ਹਾਂ ਤੁਹਾਨੂੰ ਅੱਧਕ ਦਾ ਇੱਕ ਵਰਡ, ਲੱਤ, ਇਹ ਲੱਤ। ਇਹਦੇ 'ਚ ਨਾ ਜਦੋਂ ਆਪਾਂ ਅੱਧਕ ਵਾਲੇ ਵਰਡਸ ਲਿਖਣੇ ਆ, ਸਪੈਸ਼ਲੀ ਇਹ ਧਿਆਨ ਦਿਓ ਕਿ ਨਾ ਇਹਦੇ 'ਚ ਥੋੜ੍ਹਾ ਜਿਹਾ ਸਾਨੂੰ ਲੱਗਦਾ ਕਿ ਸ਼ਾਇਦ ਕੰਨਾ ਆਏਗਾ। ਜਿੱਦਾਂ ਮੈਂ ਹੁਣ ਤੁਹਾਨੂੰ ਬੋਲਾਂ, ਤੁਸੀਂ ਮੈਨੂੰ ਕੋਈ ਅੰਕਲ ਜੀ ਤੁਸੀਂ ਹੀ ਲਿਖ ਕੇ ਦਿਖਾਓ ਅੱਖ, ਇੱਥੇ ਲਿਖ ਕੇ ਦਿਖਾਓ। ਕੋਈ ਗੱਲ ਨਹੀਂ, ਮੈਂ ਤੁਹਾਨੂੰ ਦੱਸਦੀ ਹਾਂ। ਦੇਖੋ ਮੈਂ ਲਿਖਦੀ ਹਾਂ ਇੱਥੇ ਅੱਖ। ਜਦੋਂ ਮੈਂ ਇੱਥੇ ਅੱਖ ਲਿਖਦੀ ਹਾਂ ਨਾ, ਕਈ ਵਾਰ ਸਾਡੇ ਮਾਈਂਡ 'ਚ ਪਹਿਲੇ ਆਉਂਦਾ ਸੀ, ਮਤਲਬ ਤੁਹਾਡੇ ਕਦੀ ਵਾਰ ਆਇਆ ਹੋਏਗਾ ਕਿ ਅੱਖ ਵਿੱਚ, ਮੈਂ ਕੱਲ੍ਹ ਵੀ ਕਰਵਾਇਆ ਸੀ ਟੌਪਿਕ, ਕਿ ਇਹ ਅੱਖ ਦੇ ਵਿੱਚ ਇੱਦਾਂ ਕੰਨਾ ਆਏਗਾ। ਕਿਉਂਕਿ ਜਦੋਂ ਆਪਾਂ ਬੋਲੀਏ, ਸਾਰੇ ਬੋਲੋ ਅੱਖ, ਤਾਂ ਲੱਗਦਾ ਨਾ ਕੰਨੇ ਦੀ ਆਵਾਜ਼। ਹਾਂਜੀ, ਨਹੀਂ ਜਦੋਂ ਆਪਾਂ ਬੋਲਦੇ ਹਾਂ ਉਦੋਂ ਲੱਗ ਰਹੀ ਹੈ ਨਾ ਕੰਨੇ ਦੀ ਆਵਾਜ਼। ਆਰਾਮ ਨਾਲ ਬੋਲੋ, ਅੱਖ ਲੱਗ ਰਹੀ ਹੈ ਨਾ, ਕੰਨਾ ਆਏਗਾ, ਹੈ ਨਾ, ਐਵੇਂ। ਲੇਕਿਨ ਉੱਥੇ ਕੰਨਾ ਨਹੀਂ ਆਏਗਾ, ਉੱਥੇ ਆਪਾਂ ਅੱਧਕ ਪਾਵਾਂਗੇ। ਟਿੱਪੀ ਦੀ ਅਤੇ ਬਿੰਦੀ ਦੀ ਉੱਥੇ ਲੋੜ ਪੈਂਦੀ ਹੈ ਜਿੱਥੇ ਸਾਨੂੰ ਆਵਾਜ਼ ਵੀ ਆ ਰਹੀ ਹੋਵੇ। ਹੁਣ ਜਿੱਦਾਂ ਇੱਥੇ ਹੈ, ਆਪਾਂ ਲਿਖਿਆ ਸੀ ਨਿੰਮ, ਠੀਕ ਹੈ ਜੀ, ਨਿੰਮ। ਅਗਰ ਮੈਂ ਟਿੱਪੀ ਨਹੀਂ ਪਾਉਂਦੀ ਤਾਂ ਇਹ ਬਣ ਜਾਏਗਾ ਨਿੰਮ, ਬਿਲਕੁਲ ਮਤਲਬ ਹਲਕਾ ਜਿਹਾ ਨਿੰਮ। ਖਿੰਨ, ਪ੍ਰੋਬਲਮ ਸੀਗੀ ਵੀ ਜਿਸ ਤਰ੍ਹਾਂ ਨਿੰਮ ਖਿੰਨ ਗੁੰਨਾ ਨੰਨੇ ਦੀ ਆਵਾਜ਼ ਤੇ ਆ ਰਹੀ ਹੈ, ਟਿੱਪੀ ਲੱਗੇਗੀ, ਲੇਕਿਨ ਇਹਦੇ ਅੰਦਰ ਉਹ ਵੀ ਆ ਰਿਹਾ ਨਾ, ਅੱਧਾ ਮਾਂ ਔਰ ਪੂਰਾ ਮਾਂ। ਹਿੰਦੀ 'ਚ ਲਿਖੋ ਅੱਧਾ ਨਾਂ ਔਰ ਪੂਰਾ ਨਾਂ। ਹਾਂਜੀ, ਲੇਕਿਨ ਜਿਹੜਾ ਉਹ ਵਾਲਾ ਲੌਜਿਕ ਹੈ ਨਾ, ਉਹ ਕੋਈ ਵਰਡਸ 'ਤੇ ਲੱਗੇਗਾ, ਕੋਈ ਵਰਡਸ 'ਤੇ ਨਹੀਂ। ਮੇਨ ਤਾਂ ਉਹ ਲੌਜਿਕ ਥੋੜ੍ਹਾ ਜਿਹਾ ਲੱਗੇਗਾ, ਮਤਲਬ ਕੋਈ ਵਰਡਸ 'ਤੇ ਲੱਗੇਗਾ, ਕੋਈ 'ਤੇ ਨਹੀਂ। ਲੇਕਿਨ ਉਹ ਸਾਨੂੰ ਆਪਣੇ ਆਪ ਪਛਾਣਨੇ ਪੈਣਗੇ ਕਿ ਜਿਹੜੇ ਅਗਲੇ ਵਰਡ ਦੇ ਉੱਪਰ ਬਹੁਤ ਪ੍ਰਭਾਵ ਪੈ ਰਿਹਾ। ਜਿਵੇਂ ਹੁਣ ਹੈ ਕੱਚਾ, ਮੈਂ ਤੁਹਾਨੂੰ ਲਿਖ ਕੇ ਦਿਖਾਉਂਦੀ ਹਾਂ ਵਰਡ ਕੱਚਾ ਦੁਬਾਰਾ ਤੋਂ। ਦੇਖੋ ਕੱਚਾ, ਅਗਰ ਆਪਾਂ ਦੇਖ ਲਈਏ, ਠੀਕ ਹੈ, ਅਗਰ ਮੈਂ ਇੱਥੇ ਨਾ ਅੱਧਕ ਨਹੀਂ ਲਗਾਵਾਂਗੀ ਤਾਂ ਮੈਂ ਇੱਥੇ ਵਰਡ ਲਿਖਦੀ ਹਾਂ, ਇਹ ਬਣ ਜਾਏਗਾ, ਇਹ ਬੋਲੋ ਕੀ ਬਣੇਗਾ ਇਹ ਵਰਡ, ਤੁਸੀਂ ਖੁਦ ਸਾਰੇ ਬੋਲੋ, ਕੱਚਾ, ਕੱਚਾ, ਇਹ ਵਰਡ ਬਣ ਜਾਏਗਾ ਕੱਚਾ। ਠੀਕ ਹੈ ਜੀ। ਅਤੇ ਮੈਂ ਅਗਰ ਇੱਥੇ ਟਿੱਪੀ ਲਗਾ ਦਿੰਦੀ ਹਾਂ ਨਾ, ਅਤੇ ਇੱਥੇ ਆਵਾਜ਼ ਇਹਦੀ ਬਣ ਜਾਏਗੀ ਕੰਚਾ, ਕਿਉਂਕਿ ਟਿੱਪੀ ਦੀ ਜਿਹੜੀ ਆਵਾਜ਼ ਹੈ ਉਹ ਅਮ ਦੀ ਜਾਂ ਅਨ ਦੀ ਮਤਲਬ ਹੁੰਦੀ ਹੈ। ਠੀਕ ਹੈ ਜੀ।
ਕੰਚਾ, ਇਹ ਵਰਡ ਬਣ ਜਾਏਗਾ ਕੰਚਾ। ਜਿਹੜੇ ਆਪਾਂ ਕੰਚੇ ਖੇਡਦੇ ਸੀ ਪੁਰਾਣੇ ਜ਼ਮਾਨੇ ਦੇ ਵਿੱਚ, ਠੀਕ ਹੈ ਜੀ, ਇਹ ਬਣ ਜਾਏਗਾ ਵਰਡ ਕੰਚਾ। ਅਤੇ ਅਗਰ ਮੈਂ ਉੱਤੇ ਅੱਧਕ ਲਗਾ ਦਿੰਦੀ ਹਾਂ, ਉਹ ਬਣ ਜਾਏਗਾ ਕੱਚਾ। ਮਗਰ ਨੰਨੇ ਦੀ ਆਵਾਜ਼ ਬਿੰਦੀ ਕੱਢਦੀ ਹੈ ਨਾ? ਹਾਂਜੀ ਹਾਂਜੀ, ਇਹ ਵੀ ਕੱਢਦਾ ਹੈ? ਨਹੀਂ ਬਿੰਦੀ ਤੇ ਟਿੱਪੀ ਦੋਨੋਂ ਅਨ ਦੀ ਆਵਾਜ਼ ਹੀ ਕੱਢਦੀ ਹੈ। ਬਿੰਦੀ ਤੇ ਟਿੱਪੀ ਦੇ ਵਿੱਚ ਸਿਰਫ ਰੂਲਸ ਦਾ ਫਰਕ ਹੈ ਕਿ ਕਿੱਥੇ ਕਿੱਥੇ ਉਹ ਯੂਜ਼ ਹੋਏਗੀ, ਕਿੱਥੇ ਕਿੱਥੇ ਟਿੱਪੀ ਯੂਜ਼ ਹੋਏਗੀ। ਬੋਲਣ ਤੇ ਹੈ, ਜਿਵੇਂ ਕਿਤੇ ਬੋਲ ਕੇ ਅੱਧਾ ਲਾ ਆ ਰਿਹਾ, ਅੱਧਾ ਨਾ, ਉਹ ਦੇਖਣਾ ਹੋਇਆ ਕਿਤੇ ਕਿਹੜਾ ਵਰਡ ਲੱਗੇਗਾ। ਹਾਂਜੀ ਹਾਂਜੀ, ਨਾਲੇ ਨਾ ਬਾਕੀ ਇਹ ਤੁਹਾਨੂੰ ਚੀਜ਼ ਪ੍ਰੈਕਟਿਸ ਨਾਲ ਆਏਗੀ। ਇਹਦੇ 'ਚ ਕੋਈ ਇੰਨੀ ਘਬਰਾਉਣ ਵਾਲੀ ਗੱਲ ਨਹੀਂ, ਪ੍ਰੈਕਟਿਸ ਨਾਲ ਆਏਗੀ। ਇਹਦੇ 'ਚ ਇੰਨੀ ਕੋਈ ਘਬਰਾਉਣ ਵਾਲੀ ਗੱਲ ਨਹੀਂ, ਕਿਉਂਕਿ ਜਿਹੜੇ ਰੂਲਸ ਸਮਝਾਏ ਗਏ ਆ ਨਾ, ਜਿਹੜੇ ਰੂਲਸ ਦੱਸੇ ਤੁਹਾਨੂੰ, ਉਹ ਲਾਗੂ ਇੱਥੇ ਹੁੰਦੇ ਆ। ਲੇਕਿਨ ਕੋਈ ਵਰਡਸ ਹੈ ਜਿਸ 'ਤੇ ਨਹੀਂ ਹੁੰਦੇ, ਤਾਂ ਉਹ ਤੁਹਾਨੂੰ ਪ੍ਰੈਕਟਿਸ ਦੇ ਨਾਲ ਨਾਲ ਆਏਗਾ। ਤੁਸੀਂ ਰੀਡਿੰਗ 'ਤੇ ਬਸ ਜ਼ੋਰ ਦਿਓ। ਜਿਹੜੇ ਮੈਂ ਸਕਰੀਨਸ਼ਾਟਸ ਭੇਜੇ ਸੀ ਉਹ ਕਿਸੇ ਬੁੱਕ ਦੇ ਵਿੱਚੋਂ, ਕਿੰਨੇ ਪੂਰੇ ਰੀਡ ਕਰ ਲਏ? ਹੈ ਕੋਈ ਇੱਦਾਂ ਦਾ ਹੈਂਡ ਰੇਜ਼ ਕਰੋ ਜਿਨ੍ਹਾਂ ਨੇ ਪੂਰੇ ਰੀਡ ਕੀਤੇ ਹੋਣ। ਮੈਮ 3 ਕਰ ਲਏ, ਮੈਮ 1 ਰਹਿ ਗਿਆ, ਅੱਜ ਕਰ ਲਾਂਗਾ। ਕੱਲ ਛੁੱਟੀ ਹੈ ਨਾ, ਅੱਜ ਕਰ ਲਾਂਗਾ। ਠੀਕ ਹੈ, ਫਿਰ ਮੈਂ ਅੱਜ ਜਾਂ ਕੱਲ੍ਹ ਹੋਰ ਭੇਜਾਂਗੀ। ਹਾਂਜੀ ਅੰਕਲ ਜੀ, ਤੁਸੀਂ ਕਰ ਲਏ? ਉਹ ਸਟੋਰੀ ਹੈ ਨਾ ਯੂਨਾਨ ਦੀ, ਸਰਦਾਰ ਜੀ ਗਏ ਸੀ ਤੇ ਸਿੱਖਿਆ ਹਾਂਜੀ ਹਾਂਜੀ, ਪ੍ਰੋਪਰ ਉਹ ਸਟੋਰੀ ਹੈ। ਮੇਰੇ ਕੋਲ ਇੱਕ ਬੁੱਕ ਪਈ ਹੈ, ਸਿੱਖ ਯੂਨਾਨ ਵਿੱਚ। ਮੈਂ ਨਾ ਮੇਰੇ ਕੋਲ ਇੱਕ ਮਿੰਟ, ਬਹੁਤ ਆਵਾਜ਼ ਆ ਰਹੀ ਹੈ। ਮੇਰੇ ਕੋਲ ਇੱਕ ਬੁੱਕ ਹੈ PDF ਫੋਰਮ ਦੇ ਵਿੱਚ, ਇੱਕ ਸਿੱਖ ਯੂਨਾਨ ਵਿੱਚ, ਠੀਕ ਹੈ। ਇੰਗਲਿਸ਼ ਦੀ ਵੀ ਬੁੱਕ ਹੈ ਕਿ ਅ ਸਿੱਖ ਇਨ ਗ੍ਰੀਸ, ਅਤੇ ਇੱਕ ਕੰਪੀਟੀਸ਼ਨ ਸੀ ਉਹਦੇ ਵਾਸਤੇ ਮਿਲੀ ਸੀ PDF। ਲੇਕਿਨ ਮੈਂ ਤੁਹਾਨੂੰ ਪੰਜਾਬੀ ਵਾਲਾ ਵਰਜ਼ਨ ਸਾਰੀ ਬੁੱਕ ਭੇਜ ਦਾਂਗੀ। ਕਾਫੀ ਪੇਜਿਸ ਹੈ ਉਹਦੇ ਵਿੱਚ, ਤੁਸੀਂ ਇੰਟਰਸਟ ਲੈ ਕੇ ਪੜ੍ਹੋਗੇ, ਤੁਹਾਡੀ ਨੌਲੇਜ ਵੀ ਇਨਕਰੀਜ਼ ਹੋਏਗੀ ਅਤੇ ਪੰਜਾਬੀ ਵੀ ਤੁਹਾਨੂੰ ਨਾ ਅੱਛੀ ਤਰ੍ਹਾਂ ਸਮਝ ਆ ਜਾਏਗੀ। ਕੋਈ ਵੀ ਡਾਊਟ ਹੋਏਗਾ ਤੁਸੀਂ ਸਕਰੀਨਸ਼ਾਟ ਲੈ ਕੇ ਅਤੇ ਮੈਨੂੰ ਭੇਜ ਦੇਣਾ। ਮੈਂ ਫਿਰ ਤੁਹਾਨੂੰ ਉਹਦਾ ਪ੍ਰੋਨਾਊਂਸੀਏਸ਼ਨ ਕਿੱਦਾਂ ਕਰਨਾ ਹੈ, ਕਿਵੇਂ ਬੋਲਣਾ ਹੈ, ਤੁਹਾਨੂੰ ਉਹ ਦੱਸ ਦਾਂਗੀ। ਇਹਦੇ ਨਾਲ ਤੁਹਾਡਾ ਜਿਹੜਾ ਰੀਡਿੰਗ ਦਾ ਲੈਵਲ ਹੈ ਨਾ। ਹਾਂਜੀ ਕੱਲ ਨਾ ਮੈਂ ਵਰਡ ਪੜ੍ਹਿਆ ਸੀਗਾ, ਜਿਵੇਂ ਲਿਖਿਆ ਸੀ ਗੁਰਦੁਆਰਾ, ਤੇ ਮੈਂ ਉਹਨੂੰ ਆਪਣੀ ਲੈਂਗੁਏਜ ਲਿਖਿਆ, ਤੇ ਮਗਰ ਨਾ ਲਿਖਣ ਦਿੱਕਤ ਆਈ ਸੀ। ਮੈਂ ਨਾ ਜੋ ਬਾਤ ਸੀ ਹੋਵਾ, ਤੇ ਕਹਿੰਦੇ ਕਿ ਹੋਵਾ ਨਹੀਂ ਆਉਂਦਾ। ਇੱਥੇ ਲਿਖ ਕੇ ਦਿਖਾਓ ਤੁਸੀਂ। ਮੈਮ ਗੁਰਦੁਆਰੇ ਲਿਖੋ, ਗੁਰਦੁਆਰਾ। ਹਾਂਜੀ ਮੈਂ ਯੂਜ਼ ਕਰਦਾ ਮੈਂ। ਹਾਂਜੀ ਲਿਖੋ ਲਿਖੋ। ਮੈਂ ਇਹ ਲਿਖਿਆ, ਮੈਂ ਗੁਰੂ ਨੇ ਲਿਖਿਆ ਦੁਆਰਾ ਲਿਖਿਆ ਜੀ, ਦੁਆਰਾ ਐਵੇਂ ਲਿਖਿਆ ਸੀ, ਦੁਆਰਾ ਤੇ ਗਲਤ ਸੀ ਨਾ? ਹਾਂਜੀ ਰਾਈਟ ਸਪੈਲਿੰਗਸ ਹੈ। ਇਹ ਜੋ ਲਾਸਟ ਉਹ ਆਏਗਾ ਐੜਾ, ਹਾਂਜੀ ਹਾਂਜੀ। ਇਹ ਨਾ ਸਾਡੇ ਬੋਲਣ 'ਤੇ ਹੈ। ਜਦੋਂ ਆਪਾਂ ਇੰਗਲਿਸ਼ ਲਿਖਦੇ ਹਾਂ ਨਾ, ਕੋਈ ਵੀ ਗੁਰਦੁਆਰੇ ਦਾ ਨਾਮ ਗੁਰਦੁਆਰਾ, ਉਦੋਂ ਆਪਾਂ ਐਵੇਂ ਲਿਖਦੇ ਹਾਂ ਗੁਰਦੁਆਰਾ ਇੰਗਲਿਸ਼ ਦੇ ਵਿੱਚ, ਠੀਕ ਹੈ ਜੀ। ਲੇਕਿਨ ਜਦੋਂ ਪੰਜਾਬੀ ਦੇ ਵਿੱਚ ਆਪਾਂ ਕਿਸੇ ਵੀ ਇਸ਼ਤਿਹਾਰ 'ਤੇ ਪੜ੍ਹਦੇ ਹਾਂ, ਕਿਤੇ ਵੀ ਇਤਿਹਾਸ ਪੜ੍ਹਦੇ ਹਾਂ, ਤਾਂ ਉੱਥੇ ਲਿਖਿਆ ਹੁੰਦਾ ਗੁਰਦੁਆਰਾ, ਆਰਾ, ਇਹਦੇ 'ਚ ਆਰਾ, ਇਹਦੇ 'ਚ ਵਾਰਾ। ਅਤੇ ਇਹਦੇ 'ਚ ਸਿਰਫ ਸਾਡੇ ਬੋਲਣ 'ਤੇ ਹੈ। ਲੇਕਿਨ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਪੰਜਾਬੀ 'ਚ ਆਪਾਂ ਕਿਹੜਾ ਵਰਡ ਯੂਜ਼ ਕਰਦੇ ਹਾਂ, ਇੰਗਲਿਸ਼ 'ਚ ਕਿਹੜਾ ਯੂਜ਼ ਕਰਦੇ ਹਾਂ। ਹੁਣ ਅਗਰ ਆਪਾਂ ਪੰਜਾਬੀ ਕੋਈ ਨਾ ਬੋਬਾ ਆਂਦਾ ਤੇ ਹੈ ਗੁਰਦੁਆਰਾ, ਅਸੀਂ ਗੁਰਦੁਆਰਾ ਲਿਖਦੇ ਹਾਂ GURU। ਹਾਂਜੀ ਹਾਂਜੀ, ਉਹ ਮੈਂ ਸ਼ਾਰਟ ਫਾਰਮ ਲਿਖਤੀ ਸੀ ਨਾ, ਇੱਥੇ ਆਰ ਦੇ ਨਾਲ ਯੂ ਵੀ ਆ ਜਾਏਗਾ। ਕੋਈ ਯੂ ਪਾਉਂਦਾ ਹੈ, ਕੋਈ ਨਹੀਂ ਪਾਉਂਦਾ, ਕੋਈ ਗੁਰੂਦੁਆਰਾ ਕਹਿ ਦਿੰਦੇ ਆ, ਲੇਕਿਨ ਗੁਰੂਦੁਆਰਾ ਨਹੀਂ ਹੁੰਦਾ, ਗੁਰਦੁਆਰਾ। ਯੂ ਨਹੀਂ ਸੌਰੀ ਅੰਕਲ, ਯੂ ਨਹੀਂ ਆਏਗਾ, ਗੁਰਦੁਆਰਾ। ਕੋਈ ਗੁਰੂਦੁਆਰਾ ਕਹਿ ਦਿੰਦਾ ਹੈ, ਕੋਈ ਨਾ ਇਹਦੇ 'ਚ ਗੁਰੂ ਪਾ ਦਿੰਦਾ, ਜਿਵੇਂ ਆਹ ਵਰਡ ਹੈ ਇਹਦੇ ਵਿੱਚ ਐਵੇਂ ਪਾ ਦਿੰਦਾ, ਐਵੇਂ ਗੁਰੂਦੁਆਰਾ ਨਹੀਂ ਆਏਗਾ। ਪੰਜਾਬੀ ਬੋਲੋ, ਗੁਰਦੁਆਰਾ ਹੀ ਬੋਲੋ, तो ਬੱਬਾ ਆਂਦਾ ਹੈ, ਮੈਂ ਬੱਬਾ ਇਸ ਲਿਖਾਂਗੇ ਨਹੀਂ, ਕਿਉਂਕਿ ਗੁਰਦੁਆਰਾ ਠੀਕ ਹੈ। ਅਗਰ ਆਪਾਂ ਪਤਾ ਕੀ, ਇਹ ਸਾਡੇ ਬੋਲਣ 'ਤੇ ਹੈ। ਵੈਸੇ ਇਹਦੇ ਕਰੈਕਟ ਇਹਦਾ ਜਿਹੜਾ ਸਪੈਲਿੰਗਸ ਹੈ ਉਹ ਹੈ ਗੁਰਦੁਆਰਾ, ਠੀਕ ਹੈ ਜੀ। ਪੰਜਾਬੀ 'ਚ ਆਪਾਂ ਐਵੇਂ ਲਿਖਦੇ ਹਾਂ ਐਵੇਂ ਗੁਰਦੁਆਰਾ, ਅਤੇ ਆਪਾਂ ਐਵੇਂ ਬੋਲਦੇ ਹਾਂ ਆਪਾਂ ਗੁਰਦੁਆਰੇ ਜਾ ਰਹੇ ਹਾਂ। ਕੋਈ ਬੋਲਦਾ ਹੈ ਗੁਰਦੁਆਰਾ, ਕੋਈ ਵਾਰਾ ਕਹਿ ਦਿੰਦਾ ਗੁਰਦੁਆਰਾ, ਠੀਕ ਹੈ ਜੀ। ਉਹ ਉਹਨਾਂ ਦੇ ਬੋਲਣ 'ਤੇ ਹੈ। ਇਹ ਗੁਰਦੁਆਰਾ ਨਹੀਂ ਹੁੰਦਾ, ਗੁਰਦੁਆਰਾ, ਗੁਰਦੁਆਰਾ,
ਦੁਆਰਾ ਮਤਲਬ ਇਹ ਚੀਜ਼ ਹੁੰਦੀ ਹੈ ਗੁਰਦੁਆਰਾ। मैम वो ਤੁਹਾਡੀ ਗੱਲ मैं समझ गया गुरुद्वारा मैं कह रहा बाबा ते आ रहे हैं ना ਹਾਂਜੀ वो बाबा मुझे लिखना नहीं है ਨਹੀਂ ਨਹੀਂ ਗੁਰਦੁਆਰਾ ਆਪਾਂ ਵਾਵਾ ਬੋਲਣਾ ਵੀ ਨਹੀਂ ਹੈ ਗੁਰਦੁਆਰਾ ਦੁਆਰਾ ਨਹੀਂ ਮੈਂ ਕਹਿ ਰਹੀ ਗੁਰਦੁਆਰਾ ਗੁਰਦੁਆਰਾ तू अच्छा तू आ रहा ਗੁਰਦੁਆਰਾ ਗੁਰਦੁਆਰਾ ਹਾਂਜੀ ਵਾਵਾ ਨਹੀਂ ਬੋਲਣਾ ਵਾਵਾ ਜਸਟ ਆਪਾਂ अंकड़ पाया तो ਹਾਂਜੀ ਹਾਂਜੀ ਮੈਂ ਔਂਕੜ ਪਾਇਆ ਹੋਇਆ ਗੁਰਦੁਆਰਾ 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 तू आ रहा ठीक है ਹਾਂਜੀ ਦੁਆਰਾ ਲੇਕਿਨ ਇੰਗਲਿਸ਼ 'ਚ ਆਪਾਂ ਯੂਜ਼ ਕਰ ਦਿੰਦੇ ਹਾਂ ਗੁਰਦੁਆਰਾ ਇੰਗਲਿਸ਼ 'ਚ ਆਪਾਂ ਗੁਰਦੁਆਰਾ ਲਿਖ ਦਿੰਦੇ ਹਾਂ ਠੀਕ ਹੈ ਜੀ गुरुद्वारा ਹਾਂਜੀ ਗੁਰਦੁਆਰਾ ਗੁਰਦੁਆਰਾ ਇਹ ਬਸ नहीं आ रहा ਸਾਡੇ ਬੋਲਣ ਤੇ ਡਿਪੈਂਡ ਕਰਦਾ ਹਾਂਜੀ ਕਿਸੇ ਨੂੰ ਹੋਰ ਕੋਈ ਡਾਊਟ ਜੀ ਹਾਂਜੀ ਹੁਣ ਨਾ ਜਿਹੜਾ ਮੈਂ ਹੋਮਵਰਕ ਦਿੱਤਾ ਸੀ ਉਹ ਤੁਹਾਨੂੰ ਮੈਂ ਫੋਟੋ ਸੈਂਡ ਕਰ ਦਾਂਗੀ ਬੁੱਕ ਦੀ ਗਰੁੱਪ ਦੇ ਵਿੱਚ ਤੁਸੀਂ ਉੱਥੋਂ ਮੈਚ ਕਰ ਲੈਣਾ ਕਿ ਤੁਹਾਡਾ ਗਲਤ ਹੈ ਜਾਂ ਠੀਕ ਹੈ ਜੇ ਉਹਦੇ 'ਚ ਕੋਈ ਡਾਊਟ ਹੋਇਆ ਉਦੋਂ ਵੀ ਦੱਸ ਦੇਣਾ ਮੈਂ ਤੁਹਾਨੂੰ ਉਹਦੇ 'ਚ ਸਕਰੀਨਸ਼ਾਟ ਪਾ ਦਾਂਗੀ ਕਿ ਕੀ ਰਾਈਟ ਹੈ ਕੀ ਰੋਂਗ ਹੈ ਹੁਣ ਮੇਰਾ ਅੱਜ ਦਾ ਟੌਪਿਕ ਹੈ ਜਿਹੜਾ ਉਹ ਰਹਿ ਨਾ ਜਾਵੇ ਉਹ ਕਰਵਾਉਣਾ ਤੁਹਾਨੂੰ ਥੋੜਾ ਈਜ਼ੀ ਹੈ ਲੇਕਿਨ ਫਿਰ ਵੀ ਜ਼ਰੂਰੀ ਹੈ ਪੜ੍ਹਾਉਣਾ ਹਾਂਜੀ ਆ ਹੈ ਦੁੱਤ ਅੱਖਰ ਇਹਨੂੰ ਆਪਾਂ ਬੋਲਦੇ ਹਾਂ ਦੁੱਤ ਅੱਖਰ ਜਿਹੜੇ ਨਾ ਸਾਡੇ ਅੱਖਰ ਹੈ ਹਾਫ ਅੱਖਰ ਜਿਹੜਾ ਆਪਾਂ ਪੈਰ ਦੇ ਵਿੱਚ ਪਾਉਂਦੇ ਹਾਂ ਜਿਹਦੀ ਸਾਨੂੰ ਆਵਾਜ਼ ਲੱਗ ਰਹੀ ਹੈ ਸ਼ਾਇਦ ਆ ਰਹੀ ਹੈ ਜਾਂ ਨਹੀਂ ਆ ਰਹੀ ਲੇਕਿਨ ਆਪਾਂ ਉਹਦੇ ਪੈਰ 'ਚ ਅੱਖਰ ਪਾ ਦਿੰਦੇ ਹਾਂ ਉਹ ਸਾਰੇ ਅੱਖਰ ਨਹੀਂ ਹੁੰਦੇ ਕੁਝ ਗਿਣੇ ਚੁਣੇ ਅੱਖਰ ਹੁੰਦੇ ਆ ਜਿਹੜੇ ਪੈਰ ਦੇ ਵਿੱਚ ਪੈਂਦੇ ਆ ਇੱਕ ਪੈਂਦਾ ਰਾਰਾ ਇੱਕ ਪੈਂਦਾ ਹਾਹਾ ਅਤੇ ਇੱਕ ਪੈਂਦਾ ਵਾਵਾ ਜਿਵੇਂ ਮੈਂ ਤੁਹਾਨੂੰ ਦੱਸਦੀ ਹਾਂ ਹਾਹਾ ਵਾਵਾ ਅਤੇ ਰਾਰਾ ਹੈ ਠੀਕ ਹੈ ਜੀ ਜਿਵੇਂ ਇਹ ਹੈ ਨਾ ਇਹਦੇ 'ਚ ਆਪਾਂ ਸਭ ਤੋਂ ਪਹਿਲਾਂ ਮੈਂ ਪਾਉਂਦੀ ਹਾਂ ਹਾਹੇ ਵਾਲਾ ਜਿਹੜਾ ਵਰਡ ਹੈਗਾ ਚੜ੍ਹ ਵਰਡ ਹੈ ਚੜ੍ਹ ਇਹ ਵਰਡ ਐਵੇਂ ਜਿੱਦਾਂ ਹਰੇ ਮੈਂ ਕੁਛ ਨਹੀਂ ਪਾਇਆ ਇਹ ਵਰਡ ਬਣ ਗਿਆ ਚੜ੍ਹ ਬਣ ਗਿਆ ਨਾ ਅਗਰ ਮੈਂ ਇਹਦੇ ਪੈਰ 'ਚ ਹਾਹਾ ਪਾ ਦਾਂਗੀ ਤਾਂ ਇਹ ਵਰਡ ਬਣ ਜਾਏਗਾ ਚੜ੍ਹ ਇਹਦੇ 'ਚ ਹਾਹੇ ਦੀ ਸਾਊਂਡ ਨਹੀਂ ਆ ਰਹੀ ਸਾਨੂੰ ਨਾ ਹਾਹੇ ਵਾਲੇ ਵਰਡਸ ਪਛਾਣਨੇ ਜਿਹੜੇ ਹੁੰਦੇ ਆ ਥੋੜ੍ਹੇ ਔਖੇ ਹੁੰਦੇ ਆ ਕਿ ਹਾਹਾ ਕਿਹਦੇ ਪੈਰ 'ਚ ਪਾਉਣਾ ਹੁਣ ਜਿੱਦਾਂ ਮੈਂ ਇਹ ਰਾੜਾ ਚੜ੍ਹ ਪਾਇਆ ਮੈਂ ਇਹਦੇ ਪੈਰ 'ਚ ਹਾਹਾ ਪਾ ਦਾਂਗੀ ਐਵੇਂ ਬਣਾ ਦਾਂਗੀ ਇਹਨੂੰ ਇਹਦੇ ਨਾਲ ਜੋੜ ਦਾਂਗੀ ਇਹ ਇੱਦਾਂ ਹੋ ਜਾਏਗਾ ਠੀਕ ਹੈ ਜੀ ਇੱਥੇ ਮੈਂ ਕੋਈ ਹਾਈਫਨ ਨਹੀਂ ਪਾਉਣਾ ਕੋਈ ਕੁਛ ਨਹੀਂ ਪਾਉਣਾ ਹਾਂ ਅੱਧਾ ਵਰਡ ਪਾ ਰਹੀ ਹਾਂ ਮਤਲਬ ਦੁੱਤ ਅੱਖਰ ਜਿਹੜੇ ਹਾਫ ਮਤਲਬ ਕਿਸੇ ਵੀ ਕਿਸਮ 'ਚ ਥੋੜ੍ਹੇ ਜਿਹੇ ਉਹਦੇ ਪੈਰ 'ਚ ਪੈ ਰਹੇ ਹੈ ਕੋਈ ਵੀ ਅੱਖਰ ਦੇ ਪੈਰ ਦੇ ਵਿੱਚ ਜਿਹੜੇ ਅੱਖਰ ਪੈ ਰਹੇ ਹੋਣ ਉਹਨੂੰ ਆਪਾਂ ਬੋਲਦੇ ਹਾਂ ਦੁੱਤ ਅੱਖਰ ਦੁੱਤ ਆ ਦੇਖੋ ਦੁੱਤ ਅੱਖਰ ਜਿਵੇਂ ਵਰਡ ਹੈ ਚੜ੍ਹ ਕਿਉਂਕਿ ਸਾਨੂੰ ਲੱਗਦਾ ਹੈ ਚੜ੍ਹ ਰਾੜੇ ਤੋਂ ਬਾਅਦ ਥੋੜ੍ਹੀ ਜਿਹੀ ਹਾਹੇ ਦੀ ਆਵਾਜ਼ ਆ ਰਹੀ ਹੈ ਬਿਲਕੁਲ ਨਾ ਮਾਤਰ ਹਾਹੇ ਦੀ ਆਵਾਜ਼ ਆ ਰਹੀ ਹੈ ਚੜ੍ਹ ਐਵੇਂ ਕੁਝ ਵਰਡਸ ਹੈ ਸਾਡੇ ਕੋਲ ਚੜ੍ਹ ਹੋ ਗਿਆ ਫਿਰ ਹੋ ਗਿਆ ਹੜ੍ਹ ਅਗਰ ਆਪਾਂ ਇਹਦੇ ਪੈਰ 'ਚ ਹਾਹਾ ਨਹੀਂ ਪਾਉਂਦੇ ਤਾਂ ਇਹ ਬਣ ਜਾਏਗਾ ਹਾਹਾ ਰਾੜਾ ਹੜ ਲੇਕਿਨ ਅਗਰ ਪੈਰ 'ਚ ਮੈਂ ਹਾਹਾ ਪਾ ਦਿੱਤਾ ਤਾਂ ਬਣ ਗਿਆ ਹੜ ਅੱਗੇ ਹੈ ਜੇਲ ਅਗਰ ਮੈਂ ਇਹਦੇ 'ਚ ਪੈਰ 'ਚ ਨਾ ਨਹੀਂ ਪਾਵਾਂਗੀ ਤਾਂ ਵੀ ਇਹ ਠੀਕ ਲੱਗੇਗਾ ਜ਼ਿਆਦਾ ਇਨਕੰਪਲੀਟ ਨਹੀਂ ਲੱਗੇਗਾ ਬਟ ਫਿਰ ਵੀ ਅਗਰ ਇਹਦੇ ਵਿੱਚ ਪੈਰ ਦੇ ਵਿੱਚ ਪਾ ਦਾਂਗੇ ਤਾਂ ਇਹ ਕੰਪਲੀਟ ਹੋ ਜਾਏਗਾ ਬਿਲਕੁਲ जेल चिन्ह किन्ना जिन्ना अगे एक वर्ड है जिन्ना कक्के की जगह ते जज्जा पा देंगे तो वर्ड बन जाएगा जिन्ना मतलब जिन्ना तुसी दोगे वर्ड इदा यूज हुंदा
ਕੰਪਲੀਟ। ਮੈਡਮ ਫੜ ਵਿੱਚ ਵੀ ਲੱਗੇਗਾ ਹਾਂ। ਹਾਂਜੀ, ਪੱਪਾ ਰਾੜਾ, ਉਸ ਤੋਂ ਬਾਅਦ ਹਾਹਾ ਪੜ। ਫਿਰ ਇੱਕ ਵਰਡ ਆਂਦਾ ਪੀੜੀ, ਪੀੜੀ। ਹੁਣ ਇੱਕ ਵਰਡ ਹੈ ਆਲਣਾ, ਨੈਸਟ। डन जी, आलना तक। हाँ जी, ਇਹ ਤਾਂ ਸੀ ਜਿਹੜੇ ਪੈਰ 'ਚ ਹਾਹਾ ਪੈਂਦਾ, ਠੀਕ ਹੈ ਜੀ। ਇਹਦੀ ਇੰਨੀ ਆਵਾਜ਼ ਨਹੀਂ ਆਈ। ਹੁਣ ਜਿਹੜੇ ਆਪਾਂ ਬਾਕੀ ਦੋ ਕਰਨੇ ਆ ਨਾ, ਇੱਕ ਪੈਰ ਦੇ ਵਿੱਚ ਰਾਰਾ, ਪੈਰ ਦੇ ਵਿੱਚ ਵਾਵਾ, ਇਹਦੀ ਵਰਡਸ ਦੀ ਬਿਲਕੁਲ ਸਾਫ਼ ਪਛਾਣ ਹੋ ਜਾਂਦੀ ਹੈ। ਜਿਵੇਂ ਮੈਂ ਤੁਹਾਨੂੰ ਬੋਲਦੀ ਹਾਂ, ਲਿਖੋ ਪ੍ਰੇਮ, ਪ ਰੇਮ, ਪ੍ਰੇਮ, ਇਹ ਵਰਡ ਹੈ ਨਾ ਪ੍ਰੇਮ, ਇਹ ਬਣ ਗਿਆ ਪ੍ਰੇਮ, ਪ੍ਰੇਮ। ਇੱਕ ਹੁੰਦਾ ਵਰਡ ਇੰਗਲਿਸ਼ ਆਪਾਂ ਲਿਖਦੇ ਹਾਂ ਪ੍ਰੇਮ, ਇਹ ਵਰਡ ਹੈ, ਇਹ ਜਿਹੜਾ ਵਰਡ ਹੈ ਇਹ ਹੈ ਪ੍ਰੇਮ, ਪ੍ਰੇਮ, ਠੀਕ ਹੈ ਜੀ। ਲੇਕਿਨ ਆਪਾਂ ਰਾਰੇ ਦੀ ਆਵਾਜ਼ ਹੈ ਜਿਹੜੀ ਉਹ ਅੱਧੀ ਕਰਨੀ ਹੈ, ਪ੍ਰੇਮ, ਮਤਲਬ ਉਹਦੇ 'ਚ ਪੂਰਾ ਫੁੱਲ ਆਵਾਜ਼ ਨਹੀਂ ਆਉਂਦੀ ਰਾਰੇ ਦੀ। ਉਹ ਵਰਡ ਪਏਗਾ ਪ੍ਰੇਮ, मतलब सिंपल पप्पा। हिंदी की पद का एक राह ਹੁੰਦਾ ਨਾ, हिंदी लिखे प्रेम का। हां अंग्रेजी ਦੇ ਅੰਦਰ ਠੀਕ ਹੈ हाँ जी, जिमें ਇਹ ਹੈ ਨਾ, ਹੁਣ ਇੱਦਾਂ ਹੀ ਪ੍ਰੇਮ, ਜਿੱਦਾਂ ਹੁਣ ਇਹ ਪ੍ਰੇਮ, ਪ ਰ ਪੈਰ 'ਚ ਪਏਗਾ। ਜਦੋਂ ਆਪਾਂ ਰ ਪੈਰ 'ਚ ਪਾਵਾਂਗੇ ਨਾ, ਉਦੋਂ ਊ ਦੀ ਟਾਈਪ ਦੀ ਬਣਾਵਾਂਗੇ ਮਾਤਰਾ, ਦੁੱਤ ਅੱਖਰ। ਮਤਲਬ ਜਦੋਂ ਪੈਰ ਦੇ ਵਿੱਚ ਆਪਾਂ ਰਾਰੇ ਨੂੰ ਪਾਉਣਾ ਨਾ, ਤਾਂ ਐਵੇਂ ਪਾਵਾਂਗੇ ਜਿਵੇਂ ਊ ਪਾਇਆ ਹੋਇਆ। ਇਹਨੂੰ ਫਿਰ ਐਵੇਂ ਜੋੜ ਦਾਂਗੇ, ਕ੍ਰੋਸ ਟਾਈਪ ਬਣ ਜਾਏਗਾ ਇਹ ਐਵੇਂ। म, प्रेम, ठीक है जी, क्लियर है। मैं होर थोड़ा डीपली समझानी है नैक्सट वर्ड्स भी। तरेल, आ देखो, एक तो ये है, आप एवं भी लिख सकते हैं तरेल, ठीक है। लेकिन ये भी पूरी आवाज़ नहीं आती पी, तरेल पूरी आवाज़ नहीं आ रही। ये पावांगे त र पैर दे विच, ए ल, तरेल, तरेल। एवें नाल टच कर देना कि इत्थों दी एवें टच करके पैर दे विच पा दिता। प्राणी, प र आ ण ई, प्राणी। प्रशन, प्रशन, तुसीं समझ लो, मतलब प्र पाना आपां इत्थे, प्र, प्र, प अद्धा र, प्र, वर्ड दी आवाज़ साउंड की है प्र, प्रशन, प्रशन। अगर मैं एवें पानी है पूरा, तो ये बन जाएगा परशन। प्रसाद, हाँ जी, प्रसाद, हाँ जी, हाँ जी, प्रसाद विच भी र आएगा पैर दे विच। एक वर्ड है त्रिवेदी, त त्रि, ये बन गया त्रि, त र छोटी ई, त्रि वे दी। चतुर्वेदी,
प्रकाश कृष्ण अमृत हाँ जी अमृत भी हो सकता है। अजकल ਜਿਹੜੇ पैर 'ਚ हाहा पै रहे ना ਉਹਨਾਂ ਦਾ ਜਿਹੜਾ यूज़ है ਜਿਹੜੇ ਵਰਡਸ ਕੀਤੇ ਆਪਾਂ ਜਿਨ੍ਹਾਂ ਦੇ ਪੈਰ ਦੇ ਵਿੱਚ ਹਾਹਾ ਪੈ ਰਿਹਾ ਪਹਿਲੇ ਜਿਹੜੇ ਆਪਾਂ ਵਰਡਸ ਕੀਤੇ ਉਹਨਾਂ ਦਾ ਯੂਜ਼ ਥੋੜ੍ਹਾ ਘੱਟ ਗਿਆ। ਅਗਰ ਆਪਾਂ ਹਾਹਾ ਪੈਰ ਦੇ ਵਿੱਚ ਨਾ ਵੀ ਪਾਈਏ ਨਾ ਤਾਂ ਵੀ ਚੱਲ ਜਾਂਦਾ ਕਿਉਂਕਿ ਇਹਦੀ ਆਵਾਜ਼ ਦੇ ਵਿੱਚ ਇੰਨਾ ਫ਼ਰਕ ਨਹੀਂ ਪਤਾ ਲੱਗਦਾ। ਕੋਈ ਵਰਡਸ ਹੋਣਗੇ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਫ਼ਰਕ ਲੱਗ ਰਿਹਾ ਕਿ ਹਾਂ ਅੱਧਾ ਹਾਹਾ ਪਾਇਆ ਹੋਇਆ। ਜ਼ਿਆਦਾਤਰ ਉਹਨਾਂ ਦੇ ਵਰਡਸ ਦੇ ਵਿੱਚ ਹਾਹੇ ਦਾ ਇੰਨਾ ਪਤਾ ਨਹੀਂ ਲੱਗਿਆ ਜਿੰਨੇ ਆਪਾਂ ਵਰਡਸ ਕੀਤੇ। ਚਿੰਨ ਕਿੰਨਾ ਜੇਲ੍ਹ ਉਹਦੇ 'ਚ ਹਾਹੇ ਦਾ ਪਤਾ ਨਹੀਂ ਲੱਗਿਆ ਖਾਸ। ਲੇਕਿਨ ਜਿਹੜੇ ਪੈਰ 'ਚ ਆਪਾਂ ਰਾਰਾ ਪਾਇਆ ਨਾ ਇਹਦੇ ਤਾਂ ਯੂਜ਼ ਹੁੰਦੇ ਆ ਪ੍ਰਸ਼ਨ ਕ੍ਰਿਸ਼ਨ ਪ੍ਰਕਾਸ਼ ਪ੍ਰਾਣੀ ਪ੍ਰੇਮ ਤ੍ਰਿਵੇਦੀ ਇਹਦੇ 'ਚ ਤਾਂ ਪਤਾ ਲੱਗ ਰਿਹਾ ਰਾਰਾ ਕਿ ਅੱਧਾ ਰ ਪਾਇਆ ਹੋਇਆ ਕਿਉਂਕਿ ਅਗਰ ਆਪਾਂ ਪੂਰਾ ਰ ਪਾ ਦਾਂਗੇ ਨਾ ਕੋਈ ਵੀ ਵਰਡ ਤੁਸੀਂ ਦੇਖ ਲਓ ਤਾਂ ਉਹ ਪੂਰਾ ਵਰਡ ਦੀ ਉਹਦੀ ਆਵਾਜ਼ ਡਿਫਰੈਂਟ ਹੋ ਜਾਏਗੀ। ਜਿਵੇਂ ਮੈਂ ਤੁਹਾਨੂੰ ਦੱਸਦੀ ਹਾਂ ਕ੍ਰਿਸ਼ਨ ਮੈਂ ਕ੍ਰਿਸ਼ਨ ਅਗਰ ਕਰੀ ਇੱਦਾਂ ਪਾ ਦਾਂ ਨਾ तो ये बन जाएगा किर्शन। पूरा अगर नन्हे पूरे अगर रारे की आवाज़ आएगी तो ये वर्ड बन जाएगा किर्शन जिहड़ा कि गलत हो जाएगा। इस करके ये है कृष्ण अद्धा र अद्धी आवाज़ आ रही है। ठीक है जी ये कोई डाउट तो नहीं किसी को। कृष्ण इत्थे पक्के दे नाल मैम अमृत लिखना है अमृत आ देखो अमृत लिखे मम्मे के नाल। हाँ जी हाँ जी हाँ जी मैं इरेज कर रही हूँ सारा। पता नहीं आवाज़ क्यों अज सब दी बहुत ज़्यादा ना उच्ची उच्ची आ रही है इको बहुत हो रही है। नैक्सट आप करते हैं पैर च वावा। ये हुंदा वावा जो आप किसी के पैर च पाना ना वो एवें हुंदा वो पैर च जो पैंदा छोटा जिहा। जिवें मैं बोलदी हाँ सवर एक हुंदा सवर। जे मैं बोलां स्वर ਜਿਹੜੇ गीत विच या म्यूजिक दे विच साउंड वर्ड यूज़ हुंदा स्वर स व र स्वर। इनू ना इहदे नाल पूरा टच करना एवें स्वर स्वै स्वै जीवनी स्वै जीवनी स्वै जीवनी मतलब साडा अपना जीवन। ये भी जोड़े वर्ड्स है ना काफ़ी हद तक ये फुल होने लग पे जोड़े ये वाले वर्ड्स अगर आप मैं वावा इत्थे ना पावां तो इत्थे पा दांगी ना तो इत्थे बन जाएगा स्वै जीवनी। इन्हां दा भी इन्ना यूज़ नहीं हुंदा। मेन यूज़ हुंदा रारा जिहड़ा पैर च आपां रारा पाया। कई जगह तो ये भी यूज़ होंगे जिमें सवर है ये स्वर है स्वै जीवनी। होर कुछ वर्ड्स है हाँ जी जी वावे वाली मात्रा है वो पैर दे विच आएगी जिद्दां ये लिखिया है। मात्रा केड़ी वाली
ਇਹ ਵਾਲੀ ਸਲਿੰਕੜ ਹਾਂਜੀ ਹਾਂਜੀ ਇਹ ਦੁਲਾ। ਅਗਰ ਬਾਬਾ ਵਿੱਚ ਪਾਵਾਂਗੇ ਤਾਂ ਉੱਥੇ ਚਲੀ ਜਾਏਗੀ ਸਵੈ ਹਾਂਜੀ ਹਾਂਜੀ, ਕਿਉਂਕਿ ਵਾਵਾ ਵੀ ਇੱਥੇ ਨੀਚੇ ਇੱਥੇ ਹੀ ਪਾਇਆ ਹੋਇਆ ਨਾ, ਅਗਰ ਆਪਾਂ ਹਾਫ ਕਰਕੇ ਦੇਖੀਏ ਵਰਡਸ ਨੂੰ। ਜਦੋਂ ਵਿੱਚ ਪਾਉਂਦੇ ਨੇ ਨਹੀਂ ਵਿੱਚ ਨਹੀਂ, ਅਗਰ ਆਪਾਂ ਵਿੱਚ ਪਾ ਦਾਂਗੇ ਨਾ ਫਿਰ ਵਾਵੇ ਦੇ ਉੱਤੇ ਆ ਜਾਏਗੀ, ਲਾਈਕ ਸਵੈ। ਹਾਂਜੀ ਹਾਂਜੀ ਇਹ ਕਹਿ ਫਿਰ ਇੱਥੇ ਆਏਗੀ ਅਗਰ ਆਪਾਂ ਫੁੱਲ ਪਾ ਦਿੰਦੇ ਹਾਂ ਤਾਂ। ਅਗਰ ਆਪਾਂ ਫੁੱਲ ਨਹੀਂ ਪਾਉਂਦੇ, ਵਾਵੇ ਨੂੰ ਪੈਰ ਦੇ ਵਿੱਚ ਪਾਉਂਦੇ ਹਾਂ ਤਾਂ ਸੱਸੇ ਦੇ ਉੱਪਰ ਆਏਗੀ। ਹਾਂ ਫਿਰ ਸੱਸੇ ਤੇ ਠੀਕ ਹੈ। ਹਾਂਜੀ, ਹੁਣ ਸਾਡਾ ਇੱਥੇ ਤੱਕ ਸਾਰਾ ਖਤਮ ਹੋ ਗਿਆ। ਜਿੰਨੀਆਂ ਵੀ ਮਾਤਰਾਵਾਂ ਸੀ ਨਾ, ਜੋ ਵੀ ਸਾਰਾ ਕੁਝ ਸੀ ਜਿਹਦੇ ਨਾਲ ਆਪਾਂ ਵਰਡਸ ਬਣਾਉਂਦੇ ਸੀ, ਉਹ ਸਾਡਾ ਇੱਥੇ ਤੱਕ ਇੱਕ ਟਾਈਪ ਦਾ ਸਾਰਾ ਐਂਡ ਹੋ ਗਿਆ, ਜਿਹੜਾ ਉਹਨਾਂ ਨੇ ਕੋਰਸ ਸਾਨੂੰ ਦਿੱਤਾ ਸੀ ਕਿ ਤੁਸੀਂ ਪੰਜਾਬੀ ਸਿਖਾਓ। ਹੁਣ ਉਸ ਤੋਂ ਅੱਗੇ ਸਾਡੇ ਕੋਲ ਫਲਾਂ ਦੇ ਨਾਮ, ਸਬਜ਼ੀਆਂ ਦੇ ਨਾਮ। ਮੇਰੀ ਆਵਾਜ਼ ਰਿਪੀਟ ਤਾਂ ਨਹੀਂ ਹੋ ਰਹੀ? ਨਹੀਂ ਮੈਮ ਠੀਕ ਹੈ। ਮੈਨੂੰ ਤੁਹਾਡੀ ਰਿਪੀਟ ਹੋ ਰਹੀ ਹੈ, ਮੈਨੂੰ ਮੇਰੀ ਵੀ ਰਿਪੀਟ ਹੋ ਰਹੀ ਹੈ, ਪਤਾ ਨਹੀਂ ਕਿਉਂ। ਮੈਮ ਸਭ ਨੂੰ ਮਿਊਟ ਕਰ ਦਿਓ ਤੁਸੀਂ। ਹਾਂਜੀ ਠੀਕ ਹੈ। ਹਾਂਜੀ ਬਸ 1 ਮਿੰਟ ਲਾਸਟ ਰਹਿ ਗਿਆ, ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਮੈਂ ਨਾ ਸੈਂਡ ਕਰ ਦਾਂਗੀ। ਸਾਡਾ ਅੱਜ ਤੱਕ ਦਾ ਸਾਰਾ ਸਿਲੇਬਸ ਖਤਮ ਹੈ। ਹੁਣ ਬਸ ਰੀਡਿੰਗ 'ਤੇ ਆਪਾਂ ਜ਼ੋਰ ਦੇਣਾ ਅਤੇ ਇੱਕ ਟੈਸਟ ਰੱਖਣਾ ਬਸ। ਜਿਵੇਂ ਹੁਣ ਇਹ ਫਲਾਂ ਦੇ ਨਾਮ ਹੈ, ਸਬਜ਼ੀਆਂ ਦੇ ਨਾਮ, ਪੰਛੀਆਂ ਦੇ ਨਾਮ, ਜੰਤੂਆਂ ਦੇ ਨਾਮ, ਉਸ ਤੋਂ ਬਾਅਦ ਰੰਗਾਂ ਦੇ ਨਾਮ ਹੈ, ਠੀਕ ਹੈ ਜੀ। ਫਿਰ ਹਫਤੇ ਦੇ ਨਾਮ ਹੈ, ਐਤਵਾਰ ਸੋਮਵਾਰ ਕਿਵੇਂ ਲਿਖਦੇ ਹਾਂ, ਮਹੀਨਿਆਂ ਦੇ ਨਾਮ ਹੁੰਦੇ ਹੈ, ਬਸ। ਉਸ ਤੋਂ ਬਾਅਦ ਤਾਂ ਇੱਕ ਪੋਇਮ ਹੈ, ਬਸ ਖਤਮ ਹੈ। ਇੱਥੇ ਤੱਕ ਸਾਰਾ ਕੁਛ ਹੈ। ਹੁਣ ਤੁਸੀਂ ਦੱਸੋ ਕਿ ਤੁਸੀਂ ਕੀ ਚਾਹੁੰਦੇ ਹੋ, ਕਿ ਮੈਂ ਕਲਾਸ 'ਚ ਸਾਰਾ ਕੁਛ ਲਿਖਵਾਵਾਂ ਜਾਂ ਫਿਰ ਤੁਹਾਨੂੰ ਸੈਂਡ ਕਰਦਾ ਗਰੁੱਪ ਦੇ ਵਿੱਚ ਅਤੇ ਤੁਸੀਂ ਆਪਣੇ ਆਪ ਕਰ ਲਓਗੇ? ਮੈਮ ਸੈਂਡ ਕਰ ਦਿਓ ਭਈਆ। ਠੀਕ ਹੈ, ਅੱਜ ਸੈਟਰਡੇ ਹੈ, ਸੈਟਰਡੇ ਸੰਡੇ 2 ਦਿਨ ਹੈ, ਮੈਂ ਸਾਰਾ ਸੈਂਡ ਕਰ ਦਿੰਦੀ ਹਾਂ। ਤੁਸੀਂ ਆਰਾਮ ਨਾਲ 2-4 ਦਿਨ ਲੈ ਕੇ ਨਾ ਇਹਨਾਂ ਨੂੰ ਲਿਖ ਕੇ ਦੇਖੋ, ਪ੍ਰੈਕਟਿਸ ਕਰੋ। ਕੋਈ ਵੀ ਪ੍ਰੋਬਲਮ ਹੈ ਤੁਸੀਂ ਮੈਨੂੰ ਮੇਰੇ ਪਰਸਨਲ ਵਟਸਐਪ ਨੰਬਰ 'ਤੇ ਵੀ ਮੈਸੇਜ ਕਰ ਸਕਦੇ ਹੋ, ਵੋਇਸ ਮੈਸੇਜ ਕਰ ਸਕਦੇ ਹੋ, ਸਕਰੀਨਸ਼ਾਟ ਗਰੁੱਪ ਦੇ ਵਿੱਚ ਵੀ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਹੁਣ ਮੈਨੂੰ ਹੈਗੀ ਨਾ ਹਾਂਜੀ ਕੋਈ ਕੁਝ ਕਹਿ ਰਿਹਾ ਸੀ? बोले जो